नाम हर शोभा। चिंता लाहे हमारी अवर ना सूझै दूजी ठाहर। हार परयो तो द्वारी लेखा छोड़िया लिखै छूटै। हम निर्गुण लेहो उबारी सद बख्शिंद सदा मेहरबाना। सबना दे आधारी नानक दास संत पाछै परयो। राख लेहो एह बारी नानक दास संत पाछै परयो। राख लेहो एह बारी सुकाओ टल गुर सेविय। है निस सहज सुभाए दर्शन परसै गुरु कै। जन्म मरण दुख जाय होवै सिफत संबंधी। धूल अरसों कुरसों चटी है तुद डिठे सच्चे पातशाह। माल जन्म जन्म दी कटी है तुद डिठे सच्चे पातशाह। माल जन्म जन्म दी कटी है। सतनाम श्री वाहिगुरु साहिब जीओ। सोरठ महला पंजवा। गई बहोड़ बंदी छोड़ निरंकार दुखदारी। कर्म ना जाना धर्म ना जाना लोभी माया धारी। नाम परयो भगत गोविंद का एहो राखो पैज तुम्हारी। हर जियो ने मानया तू मान। ने चीजिया चीज करे मेरा गोविंद। तेरी कुदरत को कुर्बान। गई बहोड़ बंदी छोड़ निरंकार दुखदारी। वाहिगुरु जी का खालसा वाहिगुरु जी की फतेह। पतत पावन किरपा निधान गरीब नवाज सतगुरु गुरु ग्रंथ साहिब पातशाह जियां ने महान रहमत किरपा करदियां होया सत संगत दे सुभागे समय बख्शिश करके गुरबाणी पढ़न वास्ते सरवण करन वास्ते वडमुलियां दाता महाराज ने बख्शिश कीतियां। अमृत वेले दा आनंद प्राप्त करदियां होया अमृत वेले दा लाभ प्राप्त करदियां होया आप संगतां गुरु बाणी नाल जुड़े होए हो। सतगुरां दी पवित्र इलाही अगमी बाणी दे नितनेम सरवण कीते। उपरंत सतगुरां दी बाणी कीर्तन दे रूप विच सरवण करके इस समय नूं सफला बनाया। आओ कुछ समय वास्ते अपने मन के ध्यान नूं टकाईए। भावना नाल शरधा नाल गुरु दे बचन जिहड़े सरवण करके लाहा प्राप्त करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जी। ओ
ਸੋਰਠ ਮਹਲਾ ਪੰਜਵਾ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਵਿੱਤਰ ਸ਼ਬਦ ਦੀ ਦਾਤ ਜੋ ਹੈ ਉਹ ਸਾਨੂੰ ਬਖਸ਼ਿਸ਼ ਕਰਨ ਵਾਲੇ ਨੇ। 624 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਹ ਸ਼ਬਦ ਲਿਖਿਆ ਹੈ। 624 ਅੰਗ ਦਾ ਇਹ ਅਖੀਰਲਾ ਸ਼ਬਦ ਹੈ ਜੋ ਆਪਾਂ ਸਰਵਨ ਕਰਨ ਜਾ ਰਹੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਗਈ ਜਿਹੜੀ ਬਤੀਤ ਹੋ ਚੁੱਕੀ ਹੈ, ਜਿਹੜੀ ਲੰਘ ਚੁੱਕੀ ਹੈ। ਸਤਿਗੁਰੂ ਰਹਿਮਤ ਕਰਨ ਨਾਮ ਜਪਦਿਆਂ ਹੋਇਆਂ ਅਵਸਥਾ ਬਣ ਜਾਂਦੀ ਹੈ, ਜੀਵਨ ਬਣ ਜਾਂਦਾ। ਕੁਝ ਮਹੀਨੇ ਕੁਝ ਸਾਲ ਨਾਮ ਜਪਿਆ, ਜੀਵਨ ਬਣ ਗਿਆ, ਅਵਸਥਾ ਬਣ ਗਈ। ਪਰ ਕਿਸੇ ਸਮੇਂ ਐਸਾ ਸਮਾਂ ਆ ਜਾਂਦਾ ਹੈ ਮਨੁੱਖ ਦੇ ਕੋਲੋਂ ਇਹੋ ਜਿਹੀ ਕੁਰੈਤ ਹੋ ਜਾਂਦੀ ਹੈ, ਇਹੋ ਜਿਹੀ ਗਲਤੀ ਹੋ ਜਾਂਦੀ ਹੈ, ਬਣੀ ਹੋਈ ਅਵਸਥਾ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਬਣੀ ਹੋਈ ਅਵਸਥਾ ਟੁੱਟ ਜਾਵੇ ਉਹਨੂੰ ਦੁਬਾਰਾ ਜੋੜਨਾ ਬੜਾ ਔਖਾ ਹੈ। ਅਵਸਥਾ ਬਣੀ ਜ਼ਰੂਰ ਸੀ, ਬੰਦਗੀ ਕਰਦਾ, ਸਿਮਰਨ ਕਰਦਾ, ਰੋਜ਼ ਨਿਤਨੇਮ ਕਰਦਾ, ਰੋਜ਼ ਅੰਮ੍ਰਿਤ ਵੇਲੇ ਉੱਠਦਾ, ਰੋਜ਼ ਵਾਹਿਗੁਰੂ ਮੰਤਰ ਦਾ ਚਿੰਤਨ ਕਰਦਾ ਹੈ। ਪਰ ਉਹ ਨਿਤਨੇਮ ਜਿਹੜਾ ਸਿਮਰਨ ਕਰਦਾ, ਭਜਨ ਕਰਦਾ, ਅਵਸਥਾ ਨੂੰ ਉੱਪਰ ਲੈ ਕੇ ਜਾ ਰਿਹਾ, ਜੀਵਨ ਨੂੰ ਉੱਪਰ ਚੁੱਕਦਾ ਪਿਆ। ਪਾਤਸ਼ਾਹ ਕਹਿਣ ਲੱਗੇ ਕਿਸੇ ਸਮੇਂ ਕੋਈ ਜੀਵਨ ਦੇ ਵਿੱਚ ਜਿਉਂਦਿਆਂ ਕੋਈ ਇਹੋ ਜਿਹੀ ਘਟਨਾ ਵਾਪਰ ਗਈ, ਇਹੋ ਜਿਹਾ ਕੋਈ ਗੁਨਾਹ ਹੋ ਗਿਆ ਕੋਲੋਂ ਕਿ ਅਵਸਥਾ ਟੁੱਟ ਗਈ। ਇੱਕ ਉਦਾਹਰਨ ਦਿੰਦੇ ਮਹਾਤਮਾ ਸਮਝਣ ਵਾਸਤੇ ਕਹਿਣ ਲੱਗੇ ਇੱਕ ਗੁਰਮੁਖ ਪਿਆਰੇ, ਗੁਰਮੁਖ ਜਨ ਨਾਮ ਨੂੰ ਜਪਣ ਵਾਲੇ ਕਿਸੇ ਮਹਾਤਮਾ ਦੇ ਕੋਲ ਰਹਿੰਦੇ ਸਨ। ਦੁੱਧ ਦੀ ਡਾਲੀ ਕਰਕੇ ਲੈ ਕੇ ਆਉਂਦੇ, ਦੁੱਧ ਘਰਾਂ ਵਿੱਚੋਂ ਇਕੱਠਾ ਕਰਕੇ, ਪਿੰਡ ਵਿੱਚੋਂ ਇਕੱਠਾ ਕਰਕੇ ਤੇ ਲੈ ਕੇ ਆਉਂਦੇ। ਮਹਾਤਮਾ ਦੇ ਕੋਲ ਰਹਿੰਦੇ ਤੇ ਹਰ ਵੇਲੇ ਵਾਹਿਗੁਰੂ ਮੰਤਰ ਦਾ ਚਿੰਤਨ ਕਰਦੇ ਰਹਿੰਦੇ। ਦੁੱਧ ਲੈਣ ਜਾਣਾ ਤਾਂ ਵੀ ਵਾਹਿਗੁਰੂ ਦਾ ਜਾਪ ਕਰਦੇ ਆ, ਲੈ ਕੇ ਆਉਣਾ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ। ਜਦੋਂ ਆ ਜਾਣਾ ਸੰਗਤ ਵਿੱਚ ਫਿਰ ਸੰਗਤ ਦੇ ਬਰਤਨ ਮਾਂਜਣੇ, ਜੂਠੇ ਬਰਤਨ ਮਾਂਜਣ ਲੱਗ ਪੈਣਾ, ਸੇਵਾ ਕਰਦੇ ਪਏ, ਨਾਮ ਜਪਦੇ ਪਏ। ਐਸੀ ਅਵਸਥਾ ਬਣ ਗਈ, ਐਸਾ ਜੀਵਨ ਬਣ ਗਿਆ ਵੀ ਹੁਣ ਆਪਣੇ ਆਪ ਹੀ ਬੈਠਿਆਂ ਉੱਠਿਆਂ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ। ਜਦੋਂ ਐਸੀ ਅਵਸਥਾ ਦੇ ਮਾਲਕ ਬਣੇ, ਦੁੱਧ ਲੈਣ ਜਾਂਦੇ। ਇੱਕ ਦਿਨ ਕਿਸੇ ਘਰ ਵਿੱਚੋਂ ਦੁੱਧ ਲੈਣ ਵਾਸਤੇ ਗਏ। ਜਦੋਂ ਦਰਵਾਜ਼ੇ ਤੇ ਜਾ ਕੇ ਆਵਾਜ਼ ਦਿੱਤੀ ਤੇ ਦੁੱਧ ਪਾਉਣ ਵਾਸਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਟੈਲੀਵਿਜ਼ਨ ਚੱਲਦਾ ਪਿਆ, ਟੀਵੀ ਲੱਗਾ ਹੋਇਆ। ਹੁਣ ਇਹ ਗੁਰੂ ਕਾ ਪਿਆਰਾ ਬਾਹਰ ਖਲੋਤਾ, ਬਾਹਰੋਂ ਨਜ਼ਰ ਟੀਵੀ ਤੇ ਪਈ ਹੈ। ਕੁਝ ਸਮਾਂ ਉਹਦੇ ਵੱਲ ਵੇਖਿਆ, ਜਦੋਂ ਦੁੱਧ ਪ੍ਰਾਪਤ ਹੋਇਆ ਲੈ ਕੇ ਚਲਾ ਗਿਆ। ਅਗਲੇ ਦਿਨ ਫਿਰ ਉਸੇ ਤਰ੍ਹਾਂ ਹੀ ਹੁਣ ਆਪਣੇ ਮਨ ਕਰਕੇ ਚਾਹਿਆ ਵੀ ਮੈਨੂੰ ਕੋਈ ਸਮਾਂ ਵੇਖ ਲਵਾਂ। ਫਿਰ ਅਗਲੇ ਦਿਨ ਵੇਖਣ ਲੱਗ ਪਿਆ। ਹੌਲੀ ਹੌਲੀ ਉਹਨਾਂ ਦੇ ਕੋਲ ਬੈਠਣ ਲੱਗ ਪਿਆ। ਬੈਠਦਿਆਂ ਬੈਠਦਿਆਂ ਫਿਰ ਜਿੰਨਾ ਸਮਾਂ ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਸੇਵਾ ਕਰਦਾ, ਉਹਨਾਂ ਸਮਾਂ ਟੈਲੀਵਿਜ਼ਨ ਵੇਖਦੇ ਬਤੀਤ ਕਰ ਦੇਣਾ। ਉਧਰਲਾ ਪਾਸਾ ਨਾਮ ਵਾਲਾ ਛੱਡਿਆ ਗਿਆ, ਸੰਸਾਰ ਵਾਲਾ ਪਾਸਾ ਗ੍ਰਹਿਣ ਕਰ ਲਿਆ। ਫਿਰ ਇਹੋ ਜਿਹਾ ਜੀਵਨ ਬਦਲਿਆ ਕਿ ਕੁਰੈਤਾਂ ਦੇ ਵੱਲ ਜੀਵਨ ਚਲੇ ਗਿਆ, ਮਾੜੇ ਪਾਸੇ ਨੂੰ, ਢਹਿੰਦੀ ਕਲਾ ਨੂੰ ਜੀਵਨ ਚਲੇ ਗਿਆ। ਭਾਵ ਇਹ ਹੈ ਕਈ ਵਾਰੀ ਜੀਵਨ ਬਣ ਜਾਂਦਾ, ਮਨੁੱਖ ਬਣਾਉਣ ਦਾ ਯਤਨ ਕਰਦਾ, ਅਵਸਥਾ ਬਣ ਜਾਂਦੀ ਹੈ, ਪਰ ਜੀਵਨ ਵਿੱਚ ਕੋਈ ਗਲਤੀ ਇਹੋ ਜਿਹੀ ਹੋ ਜਾਵੇ, ਉਹ ਬਣੀ ਹੋਈ ਅਵਸਥਾ ਕਈ ਵਾਰੀ ਟੁੱਟ ਵੀ ਜਾਂਦੀ ਹੈ, ਰੁਕਾਵਟ ਵੀ ਪੈ ਜਾਂਦੀ ਹੈ। ਤੇ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਜੇ ਕਿਤੇ ਰੱਬ ਨਾ ਕਰੇ ਇਹੋ ਜਿਹਾ ਸਮਾਂ ਬਣ ਜਾਵੇ, ਅਵਸਥਾ ਬਣੀ ਟੁੱਟ ਜਾਵੇ, ਗੁਰੂ ਦੇ ਅੱਗੇ ਅਰਦਾਸ ਕਰਿਆ ਕਰ। ਤੇ ਗੁਰੂ ਅੱਗੇ ਕਰੇਗਾ ਅਰਦਾਸ। ਮਹਾਰਾਜ ਕਹਿਣ ਲੱਗੇ ਗਈ ਹੋਈ ਅਵਸਥਾ ਨੂੰ ਮਹਾਰਾਜ ਬਹੋੜ ਕਹੀਏ, ਮੋੜਨ ਵਾਲੇ ਨੇ। ਜੇ ਅਵਸਥਾ ਬਣ ਕੇ ਟੁੱਟ ਗਈ ਹੈ ਨਾ, ਸਿਮਰਨ ਭਜਨ ਛੁੱਟ ਗਿਆ, ਹੁਣ ਨਹੀਂ ਕਰਨ ਨੂੰ ਜੀ ਕਰਦਾ, ਪਹਿਲਾਂ ਕਰਦਾ ਸੀ ਪਰ ਹੁਣ ਜੀ ਨਹੀਂ ਕਰਦਾ। ਤੇ ਫਿਰ ਸਤਿਗੁਰੂ ਅੱਗੇ ਅਰਦਾਸ ਕਰ, ਮਹਾਰਾਜ ਜੀਓ ਆਪ ਜੀ ਤੇ ਸਮਰੱਥ ਹੋ, ਗਈ ਹੋਈ ਵਸਤੂ ਨੂੰ ਮੋੜਨ ਵਾਲੇ ਹੋ,
मेरी अवस्था चले गई है, आप जी कृपा करके बहोड़ कहिए मोड़ दिओ, मैनू फिर उस तरह वो जीवन बख्शिश कर दिओ, मैं उस तरह ही नाम जपन लग पवां, उस तरह ही सेवा करन लग पवां, ये दात मैनू दोबारा फिर दे दिओ। इस तरह गुरु अगे अरदास करया कर, क्योंकि गुरु समर्थ है, गई हुई अवस्था नू मोड़न वाले हन, फिर बख्शिश करते हैं। गई बहोड़ बंदी छोड़। सतगुरु बख्शिश कर दे, कहन लगे गुरमुख प्यारिया, ये जिहड़ी तेरी बिरती संसार वाल गई हुई है, बिरती निरंकार वाल जानी चाहिए है ना। हर वेले नाम जपना, दसां नौवां दी किरत करनी, सेवा करनी, ये निरंकार वाल ध्यान लैके जाना। पर संसारी लोगों की बिरती संसार वाल ही चले गई है। मैं सवेरे उठना, मैं ऐस काम नूं जाना, फिर मैं ये काम करना, फिर मैं इत्थों कमाई करनी, फिर मैं इत्थे धोखा करना, बेईमानी करनी, ठगी करनी। पातशाह कहन लगे बचन ये है, ये जिहड़ी बिरती संसार वाल चले गई है, नीवें पासे नूं चले गई है, केवल संसार दे काम चेते ने, निरंकार चेते नहीं, जां मन दे विच कई तरह के कुकर्म चेते ने, परमात्मा का भजन चेते नहीं। सतगुरु ऐसे समर्थ ने, गई बहोड़, ये दुनिया वाल गए हुए ध्यान नूं महाराज मोड़ सकते ने, अपने वाले पासे ला सकते। गई बहोड़ निकली हुई उमरा जिहड़ी है, किसे काम दे विच संसार वाल बिरती चले गई है, उस बिरती नूं महाराज कहिए मोड़न वाले ने। ऐसी बख्शिश महाराज कर देंदे। गई हुई बिरती, गया होया ध्यान, टुटिया होया ये जिहड़ा तेरे मन का ख्याल है, सतगुरु रहमत कर देन, उस बिरती नूं संसार वालों तोड़ के निरंकार दे नाल जोड़ देंदे। पर गुरु अगे अरदास करेंगे तां ये दात प्राप्त होनी है, फिर महाराज बख्शिश करते हैं। गई बहोड़ बंदी छोड़। सतगुरु फरमाउंदे, कहन लगे गुरमुखा, तेरे कोलों कोई वस्तु चले गई है, कोई पदार्थ चले गया, कर्मां विच पदार्थ सी मिल गया, कुछ समा कोल रहा, फिर वो पदार्थ चले गया। तो कई बारी बंदे का मन इन्ना टुट जाता, कुछ लोग खुदकुशियां कर देंगे, आत्म हत्या कर लेंदे, जां कुछ लोग इन्ने निराश हो जाते, वो कहते भी असी तो हुण मनना ही नहीं किसी नूं, रब नूं मनण तो भी मुमुकर हो जाते। पातशाह कहन लगे ऐसा बचन नहीं है, गुरु अगे अरदास करया कर महाराज, जे पहला तुसी वस्तु दिती सी, हुण वो चले गई है, तुसी दोबारा फिर देण दी समर्था रखदे हो, महाराज कृपा करो, गई हुई वस्तु नूं आप जी दोबारा फिर मैनू बख्शिश कर दिओ, फिर मैनू दोबारा दे दिओ। ते गुरु अगे अरदास करेगा, गई बहोड़, गई हुई वस्तु नूं महाराज बहोड़ कहिए दोबारा दे देणगे, फिर दे देणगे। ऐसियां दातां महाराज बख्शिश कर दे। गई हुई वस्तु मिल जाती है, टुटी हुई अवस्था जुड़ जाती है, संसार वाल गई हुई बिरती फिर निरंकार नाल जुड़ जाती है। ये विद्वानां ने वखरे वखरे 3 अर्थ किए ने। पहला अर्थ ये सी बिरती टुट जानी, ध्यान टुट जाना। कहन लगे टुटे हुए ध्यान नूं, अवस्था नूं ये गुरु जिहड़ा है जोड़न वाला, अवस्था बनाउण वाला, संसार वाल गई हुई बिरती नूं गुरु निरंकार नाल जोड़न वाला, गए हुए पदार्थ नूं फिर तेरे कर्मां विच पाउण वाला, ऐसी समर्था गुरु रखदा है। पातशाह कहन लगे बेनती करया कर, गई हुई वस्तु नूं सतगुरु बहोड़ आप मोड़न वाले हो, क्योंकि आप जी बंदी छोड़ हो, बंधना नूं छुड़ाउण वाले, बंधना नूं तोड़न वाले। जिवें गुरु नानक देव पातशाह के रूप दे विच बाबर बादशाह के कोलों कैदी छुड़वा के उन्हां दे बंधन तुड़ाए। असी ये साखी ते कई बारी सरवण की है कि गुरु हरगोबिंद पातशाह महाराज जियां ने ग्वालियर के किले विचों राजे छुड़वाए सन, पर साहिब गुरु नानक देव महाराज जियां ने भी बाबर की कैद विचों हज़ारां की गिनती विच लोग छुड़वाए, उन्हां दीयां सजावां माफ़ करवाइयां। पातशाह जी आप जी बंदी छोड़ हो, बंधना विच पिया होया नूं संसारी बंधना तो भी आप जी छुड़ा दिंदे हो। अते इसे तरह जिवें 10वें पातशाह महाराज जियां ने बाला राव ते रुस्तम राव राजियां नूं पूने की जेल विचों छुड़ाया, इस तरह आप जी छुड़ाउण वाले हो। गई बहोड़ बंदी छोड़, आप जी बंदी छोड़ो पातशाह जी हो। निरंकार आप जी निरंकार हो, दुखा नूं दारी कहिए भन्नण वाले हो। जे कोई दुख आ जाए ना तो गुरु अगे करे अरदास, तो सतगुरु जी दुखा नूं भन्नण वाले,
ਤਾਂ ਉਹਨਾਂ ਨੂੰ ਕਿਹਾ ਜਾਂਦਾ ਦੁੱਖਦਾਰੀ। ਦਾਰੀ ਤੋਂ ਭਾਵ ਨਾਸ ਕਰ ਦੇਣਾ। ਸਤਿਗੁਰੂ ਆਪ ਜੀ ਦੁੱਖਾਂ ਨੂੰ ਨਾਸ ਕਰ ਦਿੰਦੇ, ਮੁੱਢੋਂ ਮੁਕਾ ਦਿੰਦੇ। ਐਸੀ ਆਪ ਜੀ ਬਖਸ਼ਿਸ਼ ਕਰਦੇ ਹੋ। ਕਰਮ ਨਾ ਜਾਣਾ ਧਰਮ ਨਾ ਜਾਣਾ। ਸਤਿਗੁਰੂ ਪਾਤਸ਼ਾਹ ਜੀਓ, ਮੈਂ ਸ਼ੁਭ ਕਰਮ ਕਰਨਾ ਜਾਣਦਾ ਹੀ ਨਹੀਂ ਆ। ਚੰਗਾ ਕਰਮ ਕੀ ਹੁੰਦਾ ਮੈਨੂੰ ਪਤਾ ਹੀ ਨਹੀਂ। ਕਰਮ ਕਰੇਗਾ ਤੇ ਉਦੋਂ ਜਦੋਂ ਤੈਨੂੰ ਪਤਾ ਲੱਗੇਗਾ ਵੀ ਆਹ ਕਰਮ ਚੰਗਾ ਹੈ। ਪਰ ਮਹਾਰਾਜ ਮੈਂ ਤੇ ਜਾਣਦਾ ਹੀ ਨਹੀਂ ਵੀ ਕਰਮ ਚੰਗਾ ਹੁੰਦਾ ਕੀ ਹੈ। ਮੈਂ ਤੇ ਇੰਨਾ ਕਹਿ ਲਈਏ ਸੰਸਾਰ ਵੱਲ ਫਸਿਆ ਹੋਇਆ, ਸੰਸਾਰ ਦੇ ਕੰਮਾਂ ਵਿੱਚ ਲੱਗਾ ਹੋਇਆ, ਮੈਨੂੰ ਸ਼ੁਭ ਕਰਮ ਕਰਨ ਦਾ ਪਤਾ ਹੀ ਨਹੀਂ। ਪਾਪ ਕਰਮ ਦਾ ਜ਼ਰੂਰ ਪਤਾ, ਪਾਪ ਕਿਵੇਂ ਕਰਨਾ, ਠੱਗੀ ਕਿਵੇਂ ਕਰਨੀ ਹੈ, ਬੇਈਮਾਨੀ ਕਿਵੇਂ ਕਰਨੀ ਹੈ, ਲੁੱਟਣਾ ਕਿਵੇਂ ਹੈ, ਧੋਖਾ ਕਿਵੇਂ ਕਰਨਾ। ਇਹ ਮਹਾਰਾਜ ਸਾਰੇ ਗੁਣ ਮੇਰੇ ਕੋਲ ਨੇ। ਪਰ ਕਿਸੇ ਦਾ ਭਲਾ ਕਿਵੇਂ ਕਰਨਾ ਹੈ, ਕਿਸੇ ਦਾ ਫਾਇਦਾ ਕਿਵੇਂ ਕਰਨਾ, ਕਿਸੇ ਦੀ ਅਸੀਸ ਕਿਵੇਂ ਲੈਣੀ ਹੈ, ਇਹ ਮਹਾਰਾਜ ਮੈਂ ਕਰਮ ਕਰਨੇ ਜਾਣਦਾ ਹੀ ਨਹੀਂ। ਚੰਗੇ ਕਰਮ ਤੇ ਮੈਨੂੰ ਆਉਂਦੇ ਨਹੀਂ। ਮਾੜਿਆਂ ਦੇ ਉੱਪਰ ਮੈਂ ਪੂਰੀ PhD ਕੀਤੀ ਹੋਈ ਹੈ। ਮਾੜੇ ਮੈਨੂੰ ਸਾਰੇ ਹੀ ਆਉਂਦੇ, ਜਿੰਨੇ ਮਰਜ਼ੀ ਕਰ ਲਓ ਕਰਵਾ ਲਓ। ਪਰ ਚੰਗਾ ਕਰਮ ਨਾ ਜਾਣਾ, ਮੈਂ ਚੰਗਾ ਕਰਮ ਕਰਨਾ ਤੇ ਜਾਣਦਾ ਹੀ ਨਹੀਂ। ਦੂਜਾ ਬਚਨ ਮਹਾਰਾਜ ਨੇ ਆਖਿਆ ਧਰਮ ਨਾ ਜਾਣਾ। ਨਾ ਮੈਨੂੰ ਕੋਈ ਬਹੁਤਾ ਧਰਮ ਦਾ ਗਿਆਨ ਹੈ ਕਿ ਧਰਮੀ ਬੰਦੇ ਨੂੰ ਕੀ ਕਰਨਾ ਚਾਹੀਦਾ, ਧਰਮੀ ਬੰਦੇ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਗੁਰੂ ਵਾਲੇ ਬਣਨਾ, ਸੰਗਤ ਵਿੱਚ ਆਉਣਾ, ਦਸਾਂ ਨੌਆਂ ਦੀ ਕਿਰਤ ਕਰਨੀ, ਉਹਦੇ ਵਿੱਚੋਂ ਦਸਵੰਧ ਕੱਢ ਕੇ ਦੇਣਾ ਤੇ ਸਵਾਸ ਨਾਮ ਜਪਣ ਦਾ ਯਤਨ ਕਰਨਾ। ਇਹ ਧਰਮ ਦੇ ਕੰਮ ਨੇ। ਜੇ ਕੋਈ ਪੁੱਛ ਲੈ ਨਾ ਧਰਮ ਦਾ ਕੰਮ ਕੀ ਹੈ, ਇਹ ਹੈ ਧਰਮ ਦੇ ਕੰਮ ਜਿਹੜੇ ਆਪਾਂ ਗਿਣੇ ਨੇ। ਪਰ ਮਹਾਰਾਜ ਜੀਓ, ਧਰਮ ਨਾ ਜਾਣਾ। ਮੈਂ ਤੇ ਧਰਮ ਦੇ ਕੰਮ ਕਰਨੇ ਵੀ ਕਿਸੇ ਕੋਲੋਂ ਸਿੱਖੇ ਨਹੀਂ, ਨਾ ਮੈਨੂੰ ਆਉਂਦੇ, ਨਾ ਮੈਂ ਕਦੇ ਕੀਤੇ ਨੇ। ਇਹ ਕਰਮ ਧਰਮ ਮੈਨੂੰ ਨਹੀਂ ਆਉਂਦੇ। ਕਰਮ ਨਾ ਜਾਣਾ, ਧਰਮ ਨਾ ਜਾਣਾ, ਇਹਨਾਂ ਕਰਮਾਂ ਨੂੰ ਜਾਂ ਧਰਮ ਦੇ ਕਰਮਾਂ ਨੂੰ ਕਰਨਾ ਮੈਨੂੰ ਨਹੀਂ ਆਉਂਦਾ ਹੈ। ਲੋਭੀ ਮਾਇਆ ਧਾਰੀ। ਪਾਤਸ਼ਾਹ ਜੀ, ਮੈਂ ਆ ਲੋਭੀ ਪੁਰਸ਼ ਤੇ ਕੇਵਲ ਮਾਇਆ ਦੀ ਇੱਛਾ ਰੱਖਦਾ ਮਨ ਵਿੱਚ। ਹਾਏ ਮਾਇਆ ਇਧਰੋਂ ਆ ਜਾਵੇ, ਇਧਰੋਂ ਆ ਜਾਵੇ। ਮੈਂ ਲੋਭੀ ਨੇ ਕੇਵਲ ਮਾਇਆ ਦੀ ਇੱਛਾ ਰੱਖੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਕਦੇ ਇਹ ਨਹੀਂ ਕਹਿਣਾ ਪੈਂਦਾ ਵੀ ਬੰਦਿਆ ਮਾਇਆ ਨੂੰ ਚੇਤੇ ਕਰ, ਆਪਣੇ ਆਪ ਯਾਦ ਰਹਿੰਦੀ ਹੈ। ਸੁੱਤਿਆਂ ਉੱਠਦਿਆਂ ਸੁਪਨੇ ਤੇ ਧਿਆਨ ਮਾਇਆ ਵੱਲ ਰਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ ਲੋਭੀ ਨੇ ਮਾਇਆ ਦੀ ਇੱਛਾ ਧਾਰੀ ਹੋਈ ਹੈ, ਹਰ ਵੇਲੇ ਮਾਇਆ ਵੱਲ ਧਿਆਨ ਰਹਿੰਦਾ ਹੈ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਮੈਂ ਲੋਭੀ ਨੇ ਕੇਵਲ ਮਾਇਆ ਦੀ ਇੱਛਾ ਰੱਖ ਕੇ ਮਾਇਆ ਵਿੱਚ ਖਚਿਤ ਹੋ ਗਿਆ, ਪਰ ਕਰਮ ਧਰਮ ਦੇ ਕਰਮਾਂ ਨੂੰ ਜਾਣਦਾ ਨਹੀਂ ਹਾਂ। ਨਾਮ ਪਰਿਓ ਭਗਤ ਗੋਬਿੰਦ ਕਾ। ਗੁਰੂ ਪਾਤਸ਼ਾਹ ਜੀ, ਦੁਨੀਆ ਦੇ ਲੋਕ ਮੈਨੂੰ ਇਹ ਗੱਲ ਕਹਿੰਦੇ ਮੈਂ ਰੱਬ ਦਾ ਭਗਤ ਹਾਂ, ਮੈਂ ਗੁਰੂ ਕਾ ਸਿੱਖ ਹਾਂ। ਇਹ ਦੁਨੀਆ ਕਹਿੰਦੀ ਹੈ। ਕਿਉਂਕਿ ਮੇਰਾ ਲਿਬਾਸ ਜਿਹੜਾ ਉਹਨੂੰ ਸਿੱਖਾਂ ਵਾਲਾ, ਮੈਂ ਕੇਸ ਰੱਖ ਲੈ, ਮੈਂ ਬਸਤਰ ਪਹਿਨ ਲੈ, ਵੇਖਣ ਨੂੰ ਲੱਗਦਾ ਪਿਆ ਸਿੱਖ। ਦੁਨੀਆ ਕਹਿੰਦੀ ਹੈ ਆ ਫਲਾਣਾ ਬੰਦਾ ਤੇ ਗੁਰੂ ਦਾ ਸਿੱਖ ਹੈ, ਆ ਫਲਾਣਾ ਵਿਅਕਤੀ ਤੇ ਰੱਬ ਦਾ ਭਗਤ ਹੈ। ਨਾਮ ਪਰਿਓ ਭਗਤ ਗੋਬਿੰਦ ਕਾ। ਅਸਲ ਵਿੱਚ ਮੈਂ ਹਾਂ ਨਹੀਂ ਅੰਦਰੋਂ ਰੱਬ ਦਾ ਭਗਤ, ਪਰ ਦੁਨੀਆ ਨੇ ਮੇਰੇ ਬਾਹਰਲੇ ਕੰਮ ਵੇਖ ਕੇ ਕਹਿ ਦਿੱਤਾ ਵੀ ਇਹ ਤੇ ਰੱਬ ਦਾ ਭਗਤ ਹੈ। ਭਾਈ ਨਾਮ ਪਰਿਓ, ਨਾਮ ਮੇਰਾ ਪੈ ਗਿਆ ਰੱਬ ਦਾ ਭਗਤ, ਨਾਮ ਪੈ ਗਿਆ ਗੁਰੂ ਕਾ ਸਿੱਖ, ਨਾਮ ਪੈ ਗਿਆ ਗੁਰੂ ਘਰ ਦਾ ਦਾਸ। ਇਹ ਦੁਨੀਆ ਨੇ ਨਾਮ ਮੇਰੇ ਰੱਖ ਦਿੱਤੇ ਹਨ। ਇਹ ਰੱਖੋ ਪੈਜ ਤੁਮਾਰੀ। ਪਰ ਮਹਾਰਾਜ ਮੈਂ ਹੈ ਨਹੀਂ ਅਸਲ ਵਿੱਚ, ਇਸ ਕਰਕੇ ਇਹ ਮੇਰੀ ਇੱਜ਼ਤ ਰੱਖੋ ਹੁਣ ਕਿਰਪਾ ਕਰਕੇ। ਕਿਵੇਂ? ਕਿਉਂਕਿ ਇਹ ਪੈਜ ਤੁਮਾਰੀ ਹੈ, ਇਹ ਤੁਹਾਡੀ ਇੱਜ਼ਤ ਹੈ। ਕਿਉਂਕਿ ਜੇ ਮੇਰੇ ਕੋਲੋਂ ਕੋਈ ਮਾੜਾ ਕਰਮ ਹੋ ਗਿਆ ਜਾਂ ਮੈਂ ਮਾੜੇ ਕਰਮ ਨੂੰ ਕਰਦਾ, ਦੁਨੀਆ ਨੇ ਵੇਖ ਲਿਆ, ਦੁਨੀਆ ਨੇ ਇਹ ਕਹਿਣਾ ਹੈ ਗੁਰੂ ਕਾ ਸਿੱਖ ਹੈ, ਦੁਨੀਆ ਨੇ ਕਹਿਣਾ ਹੈ ਰੱਬ ਦਾ ਭਗਤ ਹੈ। ਮਹਾਰਾਜ ਮੇਰੇ ਨਾਮ ਦੇ ਨਾਲ ਨਾਲ ਤੁਹਾਡੇ ਨਾਮ ਨੂੰ ਵੀ ਲਾਜ ਲੱਗ ਜਾਣੀ, ਲੱਜਾ ਲੱਗ ਜਾਣੀ ਹੈ। ਇਸ ਕਰਕੇ ਮੇਰੇ ਤੇ ਕਿਰਪਾ ਕਰੋ, ਇਹ ਰੱਖੋ, ਮੈਨੂੰ ਰੱਖ ਲਓ ਦੁਨੀਆ ਵਿੱਚੋਂ। ਕਿਵੇਂ? ਕਿਉਂਕਿ ਪੈਜ ਤੁਮਾਰੀ, ਇਹਦੇ ਵਿੱਚ ਤੁਹਾਡੀ ਵੀ ਇੱਜ਼ਤ ਵਿਗੜ ਜਾਣੀ, ਮੇਰੀ ਤੇ ਵਿਗੜਨੀ ਹੈ। ਜਿਵੇਂ ਕੋਈ ਬੰਦਾ ਆਪਣੇ ਜੀਵਨ ਦੇ ਵਿੱਚ ਕੋਈ ਵੱਡਾ ਕੁਕਰਮ ਕਰ ਲਵੇ ਤੇ ਲੋਕ ਆਖਦੇ ਨੇ ਖਾਨਦਾਨ ਨੂੰ ਕਲੰਕਿਤ ਕਰ ਦਿੱਤਾ। ਕੰਮ ਤੇ ਇੱਕ ਬੰਦੇ ਨੇ ਕੀਤਾ ਪਰ ਕਲੰਕ ਖਾਨਦਾਨ ਨੂੰ ਲੱਗਿਆ। ਕਈ ਪੀੜ੍ਹੀਆਂ ਤੱਕ ਉਹ ਗੱਲ ਚੱਲੇਗੀ ਵੀ ਇਹਨਾਂ ਦੇ ਫਲਾਣੇ ਵਿਅਕਤੀ ਨੇ ਇਹ ਕਰਮ ਕੀਤਾ ਸੀ। ਕੰਮ ਇੱਕ ਨੇ ਕੀਤਾ, ਦਾਗ ਪੀੜ੍ਹੀਆਂ ਤੱਕ ਲੱਗਾ। ਮਹਾਰਾਜ ਜੀ ਇਸੇ ਤਰ੍ਹਾਂ ਜੇ ਮੇਰੇ ਕੋਲੋਂ ਕੋਈ ਗੁਨਾਹ ਹੋ ਗਿਆ ਨਾ,
ਤੇ ਦੁਨੀਆ ਨੇ ਤੁਹਾਡੇ ਨਾਮ ਦੇ ਉੱਪਰ ਦਾਗ ਲਾਉਣਾ ਹੈ। ਇਸ ਕਰਕੇ ਮੇਰੀ ਪੈਜ ਇੱਜ਼ਤ ਹੁਣ ਤੁਹਾਡੇ ਹੱਥ ਵਿੱਚ ਹੈ, ਕਿਉਂਕਿ ਮੇਰੀ ਇੱਜ਼ਤ ਹੁਣ ਤੁਹਾਡੀ ਇੱਜ਼ਤ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਇੱਕ ਬਖਸ਼ਿਸ਼ ਵਾਲਾ ਬਚਨ ਕੀਤਾ ਹੈ। ਕਹਿਣ ਲੱਗੇ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ ਜੇ ਜੰਬੂ ਗਰਾਸੈ। ਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਹ ਬਚਨ ਲਿਖਦਿਆਂ ਹੋਇਆ ਆਖਿਆ, ਕਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਸੋ ਕਹਿਣ ਲੱਗੇ, ਇੱਕ ਸਮਾਂ ਇਹੋ ਜਿਹਾ ਬਣਿਆ, ਇੱਕ ਰਾਜੇ ਦੀ ਪੁੱਤਰੀ ਬੜੀ ਸੋਹਣੀ ਹੈ। ਰਾਜੇ ਦੀ ਪੁੱਤਰੀ ਨੇ ਇਹ ਗੱਲ ਆਖੀ ਵੀ ਮੈਂ ਭਗਵਾਨ ਦੇ ਨਾਲ ਵਿਆਹ ਕਰਵਾਉਣਾ, ਰੱਬ ਦੇ ਨਾਲ ਵਿਆਹ ਕਰਾਉਣਾ ਹੈ। ਤੇ ਕਹਿਣ ਲੱਗੇ, ਇਸੇ ਸ਼ਹਿਰ ਦੇ ਵਿੱਚ ਇੱਕ ਲੜਕਾ ਰਹਿੰਦਾ, ਨੌਜਵਾਨ, ਬੜਾ ਖੂਬਸੂਰਤ ਹੈ। ਉਹਦਾ ਮਨ ਕੀਤਾ ਵੀ ਜੇ ਇਹਨੇ ਭਗਵਾਨ ਦੇ ਨਾਲ ਵਿਆਹ ਕਰਾਉਣਾ ਤੇ ਮੈਂ ਕਿਉਂ ਨਾ ਭਗਵਾਨ ਬਣ ਜਾਵਾਂ, ਬਣ ਕੇ ਬਾਹਰੋਂ ਹੀ ਵਿਖਾਉਣਾ ਨਾ। ਅਸਲੀ ਤੇ ਮੈਂ ਭਾਵੇਂ ਨਹੀਂ, ਮੈਂ ਬਾਹਰੋਂ ਬਣ ਕੇ ਰੱਬ ਵਿਖਾ ਦਿਆਂ, ਇਹ ਮੇਰੇ ਨਾਲ ਵਿਆਹ ਕਰਾ ਲਵੇ। ਇੱਕ ਤੇ ਇਹ ਮੈਨੂੰ ਸੋਹਣੀ ਔਰਤ ਮਿਲ ਜਾਏਗੀ, ਦੂਜਾ ਮੈਨੂੰ ਰਾਜੇ ਦਾ ਰਾਜ ਭਾਗ ਮਿਲ ਜਾਏਗਾ, ਕਰਨਾ ਕੁਝ ਨਹੀਂ ਪਵੇਗਾ ਤੇ ਮੈਂ ਰਾਜਾ ਬਣ ਜਾਵਾਂਗਾ। ਐਸੀ ਮਨ ਦੇ ਵਿੱਚ ਸੋਚ ਲੈ ਕੇ ਕਿਸੇ ਬੜੇ ਸਿਆਣੇ ਵਿਅਕਤੀ ਦਾ ਸਹਾਰਾ ਲੈ ਕੇ ਮਿਸਤਰੀ ਦੇ ਕੋਲੋਂ ਇਹੋ ਜਿਹੇ ਆਪਣੇ ਵਾਸਤੇ ਸਾਧਨ ਬਣਾਏ ਕਿ ਆਪਣੇ ਘਰ ਦੀ ਛੱਤ ਤੋਂ ਉੱਡਦਾ ਰਾਜੇ ਦੇ ਮਹੱਲਾਂ ਤੇ ਜਾ ਕੇ ਉਤਰ ਜਾਂਦਾ। ਇਹੋ ਜਿਹਾ ਸਾਧਨ ਬਣਾ ਲਿਆ ਕਿ ਮੈਂ ਉੱਡ ਸਕਾਂ ਆਕਾਸ਼ ਦੇ ਵਿੱਚ, ਅਤੇ ਆਪਣੇ ਸਰੀਰ ਦੇ ਚੇਨ ਚੱਕਰ ਕਰ ਲਿਆ ਜਿਵੇਂ ਭਗਵਾਨ ਦੇ ਹੁੰਦੇ, ਉਵੇਂ ਦੇ ਕੱਪੜੇ ਪਾਉਣ ਲੱਗ ਪਿਆ, ਉਵੇਂ ਦਾ ਲਿਬਾਸ ਬਾਹਰੋਂ ਬਣਾ ਲਿਆ। ਗੱਲਾਂ ਵੀ ਧਾਰਮਿਕ, ਧਰਮ ਵਾਲੀਆਂ, ਕਰਮ ਵਾਲੀਆਂ, ਵੱਡੀਆਂ ਵੱਡੀਆਂ ਬਹਾਦਰੀ ਵਾਲੀਆਂ ਕਰਨੀਆਂ ਸਿੱਖ ਲਈਆਂ। ਰਾਜੇ ਦੇ ਮਹੱਲ ਤੇ ਜਾ ਕੇ ਉਤਰਦਾ। ਰਾਜੇ ਨੇ ਤੇ ਰਾਜੇ ਦੀ ਲੜਕੀ ਨੇ ਸੋਚਿਆ ਵੀ ਮੇਰੀ ਪੁੱਤਰੀ ਨੇ ਇਹ ਪ੍ਰਤੱਗਿਆ ਕੀਤੀ ਹੈ ਵੀ ਭਗਵਾਨ ਦੇ ਨਾਲ ਵਿਆਹ ਕਰਾਉਣਾ, ਹੋ ਸਕਦਾ ਭਗਵਾਨ ਜੀ ਇਸੇ ਵਾਸਤੇ ਦੁਨੀਆ ਤੇ ਆਏ ਹੋਣ। ਰਾਜੇ ਨੇ ਉਹਦੇ ਨਾਲ ਵਿਆਹ ਕਰਾ ਦਿੱਤਾ ਤੇ ਉਹਦੀ ਪੂਜਾ, ਉਹਦੇ ਨਾਮ ਜਪਣ ਵਿੱਚ ਹੀ ਲੱਗ ਪਿਆ। ਹੁਣ ਗੱਲ ਇੱਥੇ ਮੁੱਕ ਜਾਂਦੀ ਆ ਕਿ ਉਹ ਰਾਜਾ ਆਪਣੇ ਤੋਂ ਵੱਡੇ ਰਾਜੇ ਨੂੰ ਟੈਕਸ ਤਾਰਦਾ, ਆਪਣੇ ਦੇਸ਼ ਦਾ ਮਾਲੀਆ ਉਹਨੂੰ ਜਾ ਕੇ ਨਜ਼ਰਾਨਾ ਭੇਟ ਕਰਦਾ ਤੇ ਆਪਣਾ ਰਾਜ ਭਾਗ ਚਲਾਉਂਦਾ। ਹੁਣ ਰਾਜੇ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਮੇਰਾ ਜਵਾਈ ਤੇ ਰੱਬ ਹੈ, ਭਗਵਾਨ ਹੈ, ਮੈਨੂੰ ਹੁਣ ਕਿਸੇ ਦਾ ਮਾਲੀਆ ਤਾਰਨ ਦੀ ਕੀ ਲੋੜ ਹੈ, ਮੈਂ ਕਿਉਂ ਤਾਰਾਂ ਕਿਸੇ ਦੇ ਅੱਗੇ ਨਜ਼ਰਾਨੇ। ਮੈਂ ਸਹੁਰਾ ਬਣ ਗਿਆ ਭਗਵਾਨ ਦਾ, ਜੇ ਕੱਲ ਨੂੰ ਕੋਈ ਮੇਰੇ ਤੇ ਕਿੰਤੂ ਪਰੰਤੂ ਕਰੇਗਾ ਤੇ ਇਹ ਭਗਵਾਨ ਨੇ ਆਪੇ ਲੜ ਲੈਣਾ, ਜਿੱਤ ਲੈਣਾ, ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਜਦੋਂ ਨਜ਼ਰਾਨੇ ਭਰਨੇ ਬੰਦ ਕਰ ਦਿੱਤੇ ਤੇ ਦੁਸ਼ਮਣ ਰਾਜੇ ਨੇ ਹਮਲਾ ਕਰ ਦਿੱਤਾ ਵੱਡੀ ਫੌਜ ਲਿਆ ਕੇ। ਮੰਤਰੀਆਂ ਨੇ ਆ ਕੇ ਦੱਸਿਆ, ਕਹਿਣ ਲੱਗੇ ਰਾਜਨ ਆਪਣੀ ਸੀਮਾ ਤੇ ਦੁਸ਼ਮਣ ਰਾਜਾ ਫੌਜ ਲੈ ਕੇ ਆ ਗਿਆ। ਕਹਿਣ ਲੱਗਾ ਕੋਈ ਗੱਲ ਨਹੀਂ, ਘਬਰਾਓ ਨਾ, ਮੇਰਾ ਜਵਾਈ ਭਗਵਾਨ ਹੈ, ਇਹਨੇ ਆਪੇ ਜਾ ਕੇ ਲੜ ਲੈਣਾ, ਆਪੇ ਇਹਨੇ ਫੌਜਾਂ ਭਜਾ ਦੇਣੀਆਂ, ਆਪਾਂ ਨੂੰ ਯਤਨ ਕਰਨ ਦੀ ਲੋੜ ਨਹੀਂ ਹੈ। ਦੁਸ਼ਮਣ ਰਾਜਾ ਚੜ੍ਹਦਾ ਚੜ੍ਹਦਾ ਬਿਲਕੁਲ ਮਹੱਲਾਂ ਦੇ ਰਾਜ ਭਾਗ ਦੇ ਨੇੜੇ ਆ ਗਿਆ। ਜਦੋਂ ਐਸੀ ਹਾਲਤ ਵੇਖੀ ਉਸ ਵੇਲੇ ਫਿਰ ਇਸ ਵਿਅਕਤੀ ਰਾਜੇ ਨੇ ਜਾ ਕੇ ਆਪਣੇ ਜਵਾਈ ਨੂੰ ਪ੍ਰਾਰਥਨਾ ਕੀਤੀ, ਬੇਨਤੀ ਕੀਤੀ। ਕਹਿਣ ਲੱਗਾ ਜੀ ਦੁਸ਼ਮਣ ਰਾਜਾ ਚੜ੍ਹ ਕੇ ਆ ਗਿਆ, ਤੁਸੀਂ ਤੇ ਰੱਬ ਹੋ, ਭਗਵਾਨ ਹੋ, ਕਿਰਪਾ ਕਰੋ ਸੁਦਰਸ਼ਨ ਚੱਕਰ ਛੱਡ ਦੇਵੋ, ਦੁਸ਼ਮਣ ਰਾਜੇ ਦੀਆਂ ਫੌਜਾਂ ਮਾਰ ਦੇਵੋ, ਆਪਾਂ ਜਿੱਤ ਜਾਈਏ। ਇੰਨੀ ਗੱਲ ਕਹਿ ਕੇ ਰਾਜਾ ਚਲੇ ਗਿਆ। ਇਹ ਪਖੰਡੀ ਨੇ ਸੋਚਿਆ ਵੀ ਮੈਂ ਤੇ ਭਗਵਾਨ ਹੈ ਕੋਈ ਨਹੀਂ, ਨਾ ਮੇਰੇ ਕੋਲ ਕੋਈ ਸ਼ਕਤੀ ਹੈ, ਨਾ ਮੇਰੇ ਕੋਲ ਕੋਈ ਤਾਕਤ ਹੈ, ਜੇ ਮੈਂ ਜਾ ਕੇ ਲੜਾਂਗਾ ਤੇ ਦੁਸ਼ਮਣ ਨੇ ਮੈਨੂੰ ਮਾਰ ਦੇਣਾ। ਹੁਣ ਕੀ ਕੀਤਾ ਜਾਵੇ, ਰਾਜੇ ਦਾ ਜੋ ਮਰਜ਼ੀ ਨੁਕਸਾਨ ਹੋ ਜਾਵੇ ਪਰ ਮੈਂ ਆਪਣੀ ਜਾਨ ਬਚਾ ਕੇ ਭੱਜ ਜਾਵਾਂ। ਜਦੋਂ ਮਹੱਲਾਂ ਤੋਂ ਛਾਲ ਮਾਰ ਕੇ ਭੱਜਣ ਲੱਗਾ ਨਾ, ਦੌੜਨ ਲੱਗਾ, ਉਹ ਜਿਹੜਾ ਇਸਨੇ ਜੰਤਰ ਬਣਾਇਆ ਸੀ ਉੱਡਣ ਵਾਲਾ, ਆਪਣੇ ਘਰ ਦੀ ਛੱਤ ਤੋਂ ਉੱਡਦਾ ਤੇ ਰਾਜ ਮਹਿਲਾਂ ਤੇ ਜਾ ਕੇ ਉਤਰਦਾ, ਜਦੋਂ ਉਸ ਜੰਤਰ ਦੇ ਨਾਲ ਉੱਡਣ ਲੱਗਾ ਤੇ ਕਹਿਣ ਲੱਗੇ ਫਿਰ ਭਗਵਾਨ ਜੀ ਨੂੰ ਪ੍ਰਗਟ ਹੋਣਾ ਪੈ ਗਿਆ ਉਸ ਜਗ੍ਹਾ ਤੇ। ਕਹਿਣ ਲੱਗੇ ਉਹ ਦੁਸ਼ਟ ਪਾਪੀਆ, ਤੂੰ ਸਾਡਾ ਰੂਪ ਬਣਾ ਕੇ ਇਹ ਕਰਮ ਕੀਤਾ ਹੈ, ਜੇ ਹੁਣ ਤੂੰ ਭੱਜਦਾ ਹੈ ਲੋਕਾਂ ਨੇ ਇਹ ਨਹੀਂ ਵੇਖਣਾ ਵੀ ਤੂੰ ਪਖੰਡੀ ਹੈ ਕਿ ਜਾਂ ਤੂੰ ਨਕਲੀ ਹੈ, ਲੋਕਾਂ ਨੇ ਆਖਣਾ ਭਗਵਾਨ ਭੱਜ ਗਿਆ। ਸਮਾਂ ਇਹੋ ਜਿਹਾ ਬਿਪਤਾ ਦਾ ਬਣਿਆ ਤੇ ਭਗਵਾਨ ਨੇ ਸਾਥ ਨਹੀਂ ਦਿੱਤਾ, ਦੌੜ ਗਿਆ, ਮੇਰੇ ਨਾਮ ਨੂੰ ਕਲੰਕ ਲੱਗ ਜਾਣਾ, ਮੇਰੇ ਨਾਮ ਨੂੰ ਲੱਜਾ ਲੱਗ ਜਾਣੀ ਹੈ। ਇਸ ਕਰਕੇ ਤੂੰ ਹੁਣ ਭੱਜ ਨਾ, ਤੂੰ ਜੰਗ ਮੈਦਾਨ ਦੇ ਵਿੱਚ ਜਾ ਕੇ ਜੰਗ ਕਰ, ਅਸੀਂ ਤੇਰੀ ਮਦਦ ਕਰਾਂਗੇ, ਤੂੰ ਜੰਗ ਜਿੱਤ ਜਾਵੇਂਗਾ। ਇਸ ਤਰ੍ਹਾਂ ਭਗਵਾਨ ਨੇ ਕਹਿ ਕੇ ਉਸ ਪਖੰਡੀ ਵਿਅਕਤੀ ਨੂੰ ਜਿਹੜਾ ਅਸਲ ਵਿੱਚ ਹੈ ਨਹੀਂ ਹੈ, ਉਹਨੂੰ ਜੰਗ ਦੇ ਵਿੱਚ ਫਿਰ ਜੇਤੂ ਕਰਵਾ ਕੇ ਤੇ ਵਾਕਿਆ ਹੀ ਇਹ ਸਾਬਤ ਕਰ ਦਿੱਤਾ ਕਿ ਇਹ ਭਗਵਾਨ ਨੇ ਸਾਰੀ ਕਿਰਪਾ ਕੀਤੀ ਹੈ। ਬਾਅਦ ਵਿੱਚ ਉਸ ਵਿਅਕਤੀ ਨੇ ਦੱਸ ਹੀ ਦਿੱਤਾ ਕਿ ਮੈਂ ਤੇ ਭਾਈ ਇਹ ਪਖੰਡ ਕੀਤਾ ਸੀ,
ਪਰ ਅਸਲ ਵਿੱਚ ਜੰਗ ਹੁਣ ਭਗਵਾਨ ਦੀ ਕਿਰਪਾ ਨਾਲ ਹੀ ਆਪਾਂ ਜਿੱਤੇ ਆ। ਉਹ ਬਚਨ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਕਹਿਣ ਲੱਗੇ ਕਮਾਰਥੀ ਸਵਾਰਥੀ ਤਾਕੀ ਪੈਜ ਸਵਾਰੀ। ਇੱਕ ਕਾਮ ਦਾ ਭਰਿਆ ਹੋਇਆ ਵਿਅਕਤੀ ਸੋਹਣੀ ਲੜਕੀ ਵੇਖ ਕੇ ਆਪ ਰੱਬ ਬਣ ਗਿਆ, ਭਗਵਾਨ ਬਣ ਗਿਆ, ਤੇ ਜਦੋਂ ਭੱਜਣ ਲੱਗਾ ਮਹਿਲਾਂ ਤੋਂ ਉਸ ਵੇਲੇ ਸਵਾਰਥੀ ਬਣ ਗਿਆ, ਮਤਲਬੀ ਬਣ ਗਿਆ ਕਿ ਮੈਂ ਜਾਨ ਬਚਾ ਲਵਾਂ। ਵਾਕੀ ਪੈਜ ਸਵਾਰੀ ਐ ਸਤਿਗੁਰੂ ਉਸ ਵੇਲੇ ਭਗਵਾਨ ਨੇ ਫਿਰ ਉਹਦੀ ਇੱਜ਼ਤ ਰੱਖ ਲਈ ਆ ਕੇ। ਕਹਿਣ ਲੱਗੇ ਭਾਈ ਤੇਰੇ ਭੱਜਣ ਨਾਲ ਸਾਡੀ ਇੱਜ਼ਤ ਨੂੰ ਦਾਗ ਲੱਗਦਾ ਹੈ, ਹੁਣ ਭੱਜ ਨਾ, ਤੂੰ ਜੰਗ ਮੈਦਾਨ ਦੇ ਵਿੱਚ ਡਟ ਕੇ ਲੜ, ਅਸੀਂ ਤੇਰੀ ਸਹਾਇਤਾ ਕਰਾਂਗੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀਓ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਮੇਰਾ ਨਾਮ ਲੋਕਾਂ ਨੇ ਰੱਬ ਦਾ ਭਗਤ ਗੁਰੂ ਕਾ ਸਿੱਖ ਰੱਖ ਦਿੱਤਾ ਹੈ। ਪਾਤਸ਼ਾਹ ਜੇ ਮੇਰੇ ਕੋਲੋਂ ਕੋਈ ਗੁਨਾਹ ਹੋ ਗਿਆ ਨਾ, ਜਾਂ ਮੇਰੇ ਕੋਲੋਂ ਕੋਈ ਢੈਂਦੀ ਕਲਾ ਵਾਲਾ ਬਚਨ ਹੋ ਗਿਆ, ਤੇ ਪਾਤਸ਼ਾਹ ਤੁਹਾਡੇ ਨਾਮ ਨੂੰ ਕਲੰਕ ਲੱਗ ਜਾਣਾ। ਲੋਕਾਂ ਨੇ ਆਖਣਾ ਹੈ ਗੁਰੂ ਕਾ ਸਿੱਖ ਸੀ, ਲੋਕਾਂ ਨੇ ਕਹਿਣਾ ਰੱਬ ਦਾ ਭਗਤ ਸੀ। ਇਸ ਕਰਕੇ ਆਪਣੇ ਨਾਮ ਦੀ ਲਾਜ ਰੱਖਦਿਆਂ ਹੋਇਆਂ ਜਿਵੇਂ ਤੁਸੀਂ ਉਸ ਪਖੰਡੀ ਵਿਅਕਤੀ ਦੀ ਇੱਜ਼ਤ ਰੱਖੀ ਹੈ, ਆਪਣੇ ਨਾਮ ਨੂੰ ਬਚਾਇਆ, ਮਹਾਰਾਜ ਇਸੇ ਤਰ੍ਹਾਂ ਮੈਨੂੰ ਵੀ ਉਹਦੇ ਵਰਗਾ ਹੀ ਸਮਝ ਕੇ ਮੇਰੀ ਇੱਜ਼ਤ ਨੂੰ ਆਪ ਹੀ ਰੱਖ ਸਕਦੇ ਹੋ। ਵਿਕਾਰਾਂ ਤੋਂ ਮੈਨੂੰ ਆਪ ਹੀ ਬਚਾ ਸਕਦੇ ਹੋ, ਕੁਕਰਮਾਂ ਤੋਂ ਮੈਨੂੰ ਆਪ ਹੀ ਬਚਾ ਸਕਦੇ ਹੋ। ਮੇਰੀ ਇੱਜ਼ਤ ਤੁਹਾਡੇ ਹੱਥ ਵਿੱਚ ਹੈ। ਮੇਰੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ ਮਹਾਰਾਜ ਮੈਨੂੰ ਬਚਾਉਣਾ ਕਰੋ। ਜੀਓ ਨਿਮਾਣਿਆਂ ਤੋਂ ਮਾਣ। ਪਰਮਾਤਮਾ ਜੀਓ ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਜੀ। ਜਿਹੜੇ ਨਿਮਾਣੇ ਨੇ ਨਾ, ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਨਿਰਤਨ ਆਦਰ ਕੋਈ ਨਾ ਦੇ। ਜਿਹੜਾ ਬੰਦੇ ਕੋਲ ਮਾਇਆ ਨਹੀਂ ਨਾ, ਗਰੀਬ ਹੈ, ਉਹਨੂੰ ਕੋਈ ਸਤਿਕਾਰ ਨਹੀਂ ਦਿੰਦਾ। ਕੋਈ ਨਹੀਂ ਆਖਦਾ ਵੀ ਆ ਕੁਰਸੀ ਤੇ ਬੈਠ, ਆ ਤੇਰੀ ਜੈ ਜੈਕਾਰ ਕਰੀਏ, ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਨਿਰਤਨ ਆਦਰ ਕੋਈ ਨਾ ਦੇ। ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਤੁਹਾਡੀ ਇੱਜ਼ਤ ਤਾਂ ਹੀ ਹੈ ਜੇ ਤੁਹਾਡੀ ਜੇਬ ਦੇ ਵਿੱਚ ਕੋਈ 4 ਪੈਸੇ ਨੇ, ਤੇ ਤੁਹਾਡੀ ਇੱਜ਼ਤ ਮਾਣ ਹੈ, ਬਾਪੂ ਜੀ ਹੋਵੇਗੀ। ਪਰ ਜੇ ਨਹੀਂ ਤੁਸੀਂ ਲੈਂਦੇ ਹੋ ਫਿਰ ਕੋਈ ਨਹੀਂ, ਬਾਪੂ ਨਹੀਂ, ਫਿਰ ਬੁੜਾ ਹੋ ਜਾਂਦਾ। ਜੇ ਪੈਸੇ ਦੇ ਰਹੇ ਹੋ ਫਿਰ ਤੇ ਬਾਪੂ ਜੀ ਹੈ, ਜੇ ਪੈਸੇ ਲੈ ਰਹੇ ਹੋ ਫਿਰ ਬਾਪੂ ਨਹੀਂ, ਫਿਰ ਬੁੜਾ ਉਸ ਨੂੰ ਕਿਹਾ ਜਾਂਦਾ। ਇਹ ਤੇ ਬੁੜਾ ਹਰ ਵੇਲੇ ਬੋਲਦਾ ਰਹਿੰਦਾ, ਖੰਘਦਾ ਰਹਿੰਦਾ। ਇਹ ਮਾਇਆ ਦੀ ਵਡਿਆਈ ਹੈ ਦੁਨੀਆ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਸੰਸਾਰ ਦੇ ਵਿੱਚ ਵੀ ਲੋਕ ਮਾਇਆਧਾਰੀ ਨੂੰ ਵਡਿਆਈ ਦਿੰਦੇ। ਮਾਇਆ ਕੋਲ ਨਹੀਂ ਹੈ, ਧਨ ਜਾਇਦਾਦ ਕੋਲ ਨਹੀਂ ਹੈ, ਉਸ ਨਿਮਾਣੇ ਵਿਅਕਤੀ ਨੂੰ ਪੁੱਛਦਾ ਕੋਈ ਨਹੀਂ ਹੈ। ਘਰੇ ਬਾਹਰ ਉਸ ਨੂੰ ਲੋਕ ਦੁਰਕਾਰਾਂ ਹੀ ਪਾਉਂਦੇ ਨੇ, ਮਾੜਾ ਹੀ ਬੋਲਦੇ ਨੇ। ਇਸ ਕਰਕੇ ਪਾਤਸ਼ਾਹ ਜੀਓ ਮੈਂ ਨਿਮਾਣਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਤੇ ਨਾ ਹੀ ਕਿਸੇ ਗੁਣ ਦਾ ਮੇਰੇ ਵਿੱਚ ਕੋਈ ਮਾਣ ਹੈ। ਪਰ ਪਾਤਸ਼ਾਹ ਜੀ ਮੈਂ ਆਪ ਜੀ ਦਾ ਸਿੱਖ ਹਾਂ, ਆਪ ਜੀ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਜਿਵੇਂ ਗੁਰੂ ਅੰਗਦ ਪਾਤਸ਼ਾਹ ਜੀਆਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ 12 ਵਾਰ ਬਖਸ਼ਿਸ਼ ਕੀਤੇ, ਉਹਨਾਂ 12 ਵਾਰਾਂ ਵਿੱਚੋਂ ਇੱਕ ਵਾਰ ਇਹ ਵੀ ਬਖਸ਼ਿਆ ਸੀ ਆਪ ਜੀ ਨਿਮਾਣਿਆਂ ਦੇ ਮਾਣ ਹੋ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਨਾ ਦਿੰਦਾ, ਉਹਨਾਂ ਨੂੰ ਆਪ ਜੀ ਮਾਣ ਬਖਸ਼ਿਆ ਕਰੋਗੇ। ਇਹ ਦਾਤ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਾਪਤ ਹੈ। ਸਤਿਗੁਰੂ ਬੇਨਤੀ ਕਰਦੇ, ਸਤਿਗੁਰੂ ਆਪ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਨਚੀਜੇ ਨੇ ਬੇਸਮਝ, ਜਿਨ੍ਹਾਂ ਨੂੰ ਕੋਈ ਅਕਲ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਨਚੀਜਿਆਂ ਚੀਜ਼ ਕਰੇ ਉਹਨਾਂ ਨੂੰ ਪਾਤਸ਼ਾਹ ਜੀ ਆਪ ਅਕਲ ਦੇਣ ਵਾਲੇ ਹੋ। ਬੇਸਮਝਾਂ ਨੂੰ ਆਪ ਜੀ ਅਕਲ ਦੇ ਦਿੰਦੇ ਹੋ, ਮੂਰਖਾਂ ਨੂੰ ਆਪ ਜੀ ਸਿਆਣੇ ਬਣਾ ਦਿੰਦੇ ਹੋ। ਨਚੀਜਿਆਂ ਤੋਂ ਭਾਵ ਮੂਰਖ, ਬੇਸਮਝ, ਅਗਿਆਤ ਵਿਅਕਤੀ ਜਿਹਨੂੰ ਕੋਈ ਸੋਝੀ ਗਿਆਨ ਨਹੀਂ ਹੈ। ਚੀਜ਼ ਕਰੇ ਉਹਨੂੰ ਆਪ ਜੀ ਗਿਆਨ ਦੇ ਦਿੰਦੇ, ਸੋਝੀ ਦੇ ਦਿੰਦੇ, ਬੁੱਧੀ ਦੇ ਦਿੰਦੇ, ਅਕਲ ਦੇ ਦਿੰਦੇ ਹੋ। ਤੇਰੀ ਕੁਦਰਤ ਕੋ ਕੁਰਬਾਨ, ਇਹ ਕੁਦਰਤ ਕਹੀਏ ਪ੍ਰਮਾਤਮਾ, ਇਹ ਤੇਰੀ ਤਾਕਤ ਹੈ, ਇਹ ਤੇਰੇ ਵਿੱਚ ਇੰਨਾ ਜ਼ੋਰ ਹੈ ਜਿਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਰਾਜ ਦੇ ਸਕਦਾ। ਜਿਹੜਾ ਮੂਰਖ ਹੈ ਉਹਨੂੰ ਪੰਡਿਤ ਬਣਾ ਸਕਦਾ, ਜਿਹੜਾ ਬਿਲਕੁਲ ਮਾੜਾ ਉਹਨੂੰ ਪਹਿਲਵਾਨ ਬਣਾ ਸਕਦਾ। ਇਹ ਤੇਰੀ ਤਾਕਤ ਹੈ, ਤੇਰੀ ਕੁਦਰਤ ਕੋ ਕੁਰਬਾਨ। ਇੱਥੇ ਕੁਦਰਤ ਦਾ ਅਰਥ ਵਿਦਵਾਨਾਂ ਨੇ ਤਾਕਤ ਕੀਤਾ ਹੈ। ਪਰਮਾਤਮਾ ਤੇਰੀ ਤਾਕਤ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਤੂੰ ਮੂਰਖਾਂ ਕੋਲੋਂ ਪੰਡਿਤ ਬਣਾ ਕੇ ਅਰਥ ਕਰਵਾ ਦਿੱਤੇ, ਤੂੰ ਮਾੜੇ ਗਰੀਬਾਂ ਕਮਜ਼ੋਰਾਂ ਦੇ ਕੋਲੋਂ ਬਹਾਦਰ ਬਣਾ ਕੇ ਉਹਨਾਂ ਨੂੰ ਲੜਾ ਦਿੱਤਾ।
ਇਸੇ ਤਰ੍ਹਾਂ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਕੋਈ ਸਤਿਕਾਰ ਨਹੀਂ ਦਿੰਦਾ, ਉਹਨਾਂ ਨੂੰ ਸਤਿਕਾਰਯੋਗ ਬਣਾ ਦਿੱਤਾ। ਐਸੀ ਆਪ ਜੀ ਦੀ ਵਡਿਆਈ ਧੰਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਆਪ ਜੀ ਐਸੇ ਹੋ, ਇੰਨੀ ਆਪ ਜੀ ਦੀ ਤਾਕਤ ਹੈ। ਆਪ ਜੀ ਨੇ ਜਿਹੜੇ ਆਸਮਰੱਥ ਸਨ, ਬੇਸਹਾਰਾ ਸਨ, ਉਹਨਾਂ ਨੂੰ ਸਹਾਰਾ ਬਖਸ਼ਿਸ਼ ਕਰਕੇ ਰਾਜ ਭਾਗ ਦੇ ਸਮਰੱਥ ਤੇ ਮਾਲਕ ਬਣਾ ਦਿੰਦੇ ਹੋ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਬਾਲਕ ਬੱਚਾ ਭਾਏ ਤੋਂ ਭਾਵ ਹੁੰਦਾ ਪ੍ਰੇਮ ਦੇ ਵਿੱਚ, ਆਪਣੇ ਮਾਂ-ਬਾਪ ਦੇ ਨਾਲ ਖੇਡਦਾ ਹੋਇਆ ਨਾ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਦਿੰਦਾ। ਭਾਏ ਨਾਮ ਪ੍ਰੇਮ ਦਾ ਤੇ ਸਿਪਾਹੀ ਨਾਮ ਰੁੱਖਾਪਣ ਆ ਜਾਣਾ, ਗੁੱਸਾ ਆ ਜਾਣਾ। ਬੱਚਾ ਗੁੱਸੇ ਵਿੱਚ, ਰੁੱਖੇਪਣ ਵਿੱਚ ਲੜ ਕੇ ਮਾਂ-ਬਾਪ ਦੇ ਨਾਲ ਕਈ ਗਲਤੀਆਂ ਕਰਦਾ, ਭਾਂਡੇ ਭੰਨਦਾ, ਕਈ ਵਸਤੂਆਂ ਤੋੜ ਦਿੰਦਾ, ਕੁਝ ਰੋੜ ਦਿੰਦਾ। ਕੁਝ ਕੰਮ ਬੱਚੇ ਨੇ ਪ੍ਰੇਮ ਨਾਲ ਹੀ ਹੱਸਦਿਆਂ ਮਾਂ-ਬਾਪ ਦੇ ਨਾਲ ਉਹ ਵੀ ਨੁਕਸਾਨ ਵਾਲੇ ਕੰਮ ਕਰ ਦਿੱਤੇ। ਪਾਤਸ਼ਾਹ ਕਹਿਣ ਲੱਗੇ ਜੈਸਾ ਬਾਲਕ ਭਾਏ ਸਿਪਾਹੀ, ਭਾਵੇਂ ਬੱਚੇ ਨੇ ਕੰਮ ਪ੍ਰੇਮ ਦੇ ਵਿੱਚ ਆ ਕੇ, ਮੋਹ ਵਿੱਚ ਆ ਕੇ ਹੱਸਦਿਆਂ ਖੇਡਦਿਆਂ ਕੰਮ ਵਿਗਾੜਿਆ ਹੈ, ਭਾਵੇਂ ਬੱਚੇ ਨੇ ਮਾਂ-ਬਾਪ ਦੇ ਨਾਲ ਨਾਰਾਜ਼ ਹੋ ਕੇ ਲੜ ਕੇ ਕਿਸੇ ਗੱਲ ਤੋਂ ਰੁੱਸ ਕੇ ਕੰਮ ਵਿਗਾੜਿਆ ਹੈ। ਪਾਤਸ਼ਾਹ ਕਹਿਣ ਲੱਗੇ ਲੱਖ ਅਪਰਾਧ ਕਮਾਵੇ। ਇੱਕ ਨਹੀਂ, ਭਾਵੇਂ ਲੱਖਾਂ ਹੀ ਅਪਰਾਧ ਕਿਉਂ ਨਾ ਕਰ ਦੇਵੇ, ਗਲਤੀਆਂ ਕਿਉਂ ਨਾ ਕਰ ਦੇਵੇ, ਜੇ ਇੰਨੇ ਵੀ ਗੁਨਾਹ ਬੱਚੇ ਕੋਲੋਂ ਹੋ ਜਾਂਦੇ ਹਨ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬੌੜ ਪਿਤਾ ਗਲ ਲਾਵੇ। ਪਾਤਸ਼ਾਹ ਕਹਿਣ ਲੱਗੇ ਫਿਰ ਪਿਤਾ ਉਸਦਾ ਉਸਨੂੰ ਝਿੜਕ ਮਾਰਦਾ ਹੈ, ਉਸਨੂੰ ਝਿੜਕਾਂ ਦੇ ਕੇ ਸਮਝਾਉਂਦਾ ਹੈ, ਇਹ ਤੂੰ ਗਲਤੀ ਕੀਤੀ, ਗੁਨਾਹ ਕੀਤਾ ਹੈ, ਇਸ ਵਾਰੀ ਮਾਫ ਕਰ ਦਿੰਦਾ, ਪਰ ਜੇ ਅਗਲੀ ਵਾਰੀ ਇਹ ਕੰਮ ਕਰੇਗਾ ਮਾਫੀ ਨਹੀਂ ਮਿਲੇਗੀ, ਫਿਰ ਮੈਂ ਸਜ਼ਾ ਦੇਵਾਂਗਾ। ਪਾਤਸ਼ਾਹ ਕਹਿਣ ਲੱਗੇ ਝਿੜਕੇ ਬਹੁ ਭਾਤੀ, ਪਿਤਾ ਉਸਨੂੰ ਝਿੜਕਾਂ ਮਾਰਦਾ ਹੈ, ਫਿਰ ਉਸਨੂੰ ਉਪਦੇਸ਼ ਦਿੰਦਾ ਹੈ, ਇੱਥੋਂ ਤੂੰ ਗਲਤੀ ਕੀਤੀ ਹੈ, ਇਸ ਗਲਤੀ ਨੂੰ ਇਸ ਤਰੀਕੇ ਨਾਲ ਸੁਧਾਰਿਆ ਜਾ ਸਕਦਾ ਹੈ, ਕੱਲ ਨੂੰ ਇੱਥੋਂ ਆਹ ਗਲਤੀ ਨਹੀਂ ਕਰਨੀ ਹੈ। ਪਹਿਲਾਂ ਝਿੜਕਿਆ ਅਤੇ ਡਰਾਵਾ ਦਿੱਤਾ, ਫਿਰ ਉਪਦੇਸ਼ ਦਿੱਤਾ, ਗਿਆਨ ਦਿੱਤਾ, ਕਿਉਂਕਿ ਪਿਤਾ ਨੇ ਪੁੱਤਰ ਨਾਲੋਂ ਜ਼ਿਆਦਾ ਦੁਨੀਆ ਵੇਖੀ ਹੈ, ਜ਼ਿਆਦਾ ਤਜਰਬਾ ਰੱਖਦਾ ਹੈ। ਆਪਣੇ ਤਜਰਬੇ ਦੇ ਮੁਤਾਬਕ ਬਾਪ ਨੇ ਆਪਣੇ ਪੁੱਤਰ ਨੂੰ ਮੱਤ ਦਿੱਤੀ ਹੈ, ਪੁੱਤਰਾ ਅੱਜ ਤੇ ਗਲਤੀ ਕੀਤੀ ਹੈ, ਕੱਲ ਨੂੰ ਨਹੀਂ ਹੋਣੀ ਚਾਹੀਦੀ, ਇਸ ਵਿਗੜਦੇ ਹੋਏ ਕੰਮ ਨੂੰ ਇਸ ਤਰ੍ਹਾਂ ਠੀਕ ਕਰ ਲਵੇਂ। ਫਿਰ ਮਹਾਰਾਜ ਕਹਿਣ ਲੱਗੇ ਬਹੁੜ ਪਿਤਾ ਗਲ ਲਾਵੇ, ਫਿਰ ਪਿਤਾ ਆਪਣੇ ਪੁੱਤਰ ਨੂੰ ਗਲ ਨਾਲ ਲਾ ਕੇ ਪਿਆਰ ਵੀ ਕਰਦਾ ਹੈ। ਝਿੜਕਣ ਵਾਲੇ ਸਮੇਂ ਤੇ ਝਿੜਕਿਆ, ਉਪਦੇਸ਼ ਵਾਲੇ ਸਮੇਂ ਤੇ ਉਪਦੇਸ਼ ਦਿੱਤਾ ਅਤੇ ਪਿਆਰ ਵਾਲੇ ਸਮੇਂ ਤੇ ਪਿਆਰ ਕੀਤਾ ਗਲ ਦੇ ਨਾਲ ਲਾ ਕੇ, ਅਤੇ ਸਮਝਾਇਆ ਵੀ ਇਹ ਗਲਤੀ ਦੁਬਾਰਾ ਨਹੀਂ ਹੋਣੀ ਹੈ। ਅੱਜ ਸਾਡੇ ਵਿੱਚ ਇਸ ਸਮੇਂ ਦੀ ਬੜੀ ਘਾਟ ਬਣ ਗਈ ਹੈ, ਅਸੀਂ ਬਿਨਾਂ ਗੱਲ ਤੋਂ ਬੱਚੇ ਨੂੰ ਝਿੜਕਦੇ ਹਾਂ, ਝਿੜਕਣ ਵਾਲੀ ਥਾਂ ਤੇ ਅਸੀਂ ਬੱਚੇ ਨਾਲ ਲਾਡ ਕਰਦੇ ਹਾਂ, ਬੱਚਾ ਵਿਗੜ ਵੀ ਤਾਂ ਹੀ ਜਾਂਦਾ ਹੈ। ਜਾਂ ਪਰਿਵਾਰ ਦਾ ਇੱਕ ਮੈਂਬਰ ਕਿਸੇ ਗਲਤੀ ਤੋਂ ਝਿੜਕਦਾ ਹੈ, ਦੂਜਾ ਉਸ ਨੂੰ ਦਵਾ ਦਵਾ ਆਪਣੇ ਗੱਲ ਨਾਲ ਲਾਉਂਦਾ ਵੀ ਇਹਨੂੰ ਕੁਝ ਨਹੀਂ ਕਹਿਣਾ ਹੈ, ਬੱਚੇ ਨੂੰ ਸ਼ਹਿ ਮਿਲ ਜਾਂਦੀ ਹੈ, ਉਹ ਫਿਰ ਹੋਰ ਵਿਗੜਨ ਦਾ ਯਤਨ ਕਰਦਾ ਹੈ। ਕਈ ਵਾਰੀ ਮਾਂ ਝਿੜਕ ਦੇਵੇ ਤੇ ਦਾਦੀ ਗੱਲ ਲਾ ਲੈਂਦੀ ਹੈ, ਦਾਦੀ ਝਿੜਕ ਦੇਵੇ ਮਾਂ ਗੱਲ ਲਾ ਲੈਂਦੀ ਹੈ, ਉਹ ਸ਼ਹਿ ਮਿਲਣ ਕਰਕੇ ਬੱਚਾ ਆਪਣੀ ਆਦਤ ਨੂੰ ਫਿਰ ਸੁਧਾਰਦਾ ਨਹੀਂ ਹੈ ਵੀ ਮੈਨੂੰ ਸਾਂਭਣ ਵਾਲਾ ਦੂਜੇ ਨੇ ਅੱਗੇ ਹੋ ਹੀ ਜਾਣਾ ਹੈ। ਜਦੋਂ ਬੱਚਾ ਕੋਈ ਨਿੱਕੀ ਗਲਤੀ ਕਰਦਾ ਉਹ ਝਿੜਕ ਕੇ ਡਰਾ ਕੇ ਉਸ ਨੂੰ ਸਮਝਾਇਆ ਜਾਵੇ ਤਾਂ ਕਿ ਵੱਡਾ ਹੋ ਕੇ ਉਹ ਗਲਤੀ ਦੁਬਾਰਾ ਨਾ ਕਰੇ। ਪਰ ਜਦੋਂ ਸ਼ਹਿ ਮਿਲ ਜਾਂਦੀ, ਮੌਕਾ ਮਿਲ ਜਾਂਦਾ, ਫਿਰ ਵੱਡੇ ਹੋ ਕੇ ਗਲਤੀਆਂ ਵੀ ਵੱਡੀਆਂ ਹੋ ਜਾਂਦੀਆਂ। ਪਾਤਸ਼ਾਹ ਕਹਿਣ ਲੱਗੇ ਇਹ ਤਰੀਕਾ ਦੱਸਿਆ ਮਹਾਰਾਜ ਨੇ, ਕਹਿਣ ਲੱਗੇ ਬੱਚਾ ਗਲਤੀ ਕਰਦਾ ਹੈ, ਝਿੜਕੇ ਬਹੁ ਭਾਤੀ, ਉਹਨੂੰ ਝਿੜਕ ਮਾਰਨੀ ਚਾਹੀਦੀ ਹੈ। ਜਿੰਨਾ ਵੱਧ ਲਾਡਲਾ ਰੱਖੋਗੇ ਉਨਾ ਵੱਡਾ ਹੋ ਕੇ ਉਹ ਦੁਖਦਾਈ ਜ਼ਰੂਰ ਬਣੇਗਾ। ਅਤੇ ਇਸੇ ਤਰ੍ਹਾਂ ਫਿਰ ਉਪਦੇਸ਼ ਦਿਓ, ਉਸ ਨੂੰ ਅਕਲ ਦਿਓ ਵੀ ਕੀ ਕਰਨਾ ਹੈ, ਸਮਝਾ ਦੇਵੋ। ਅਤੇ ਫਿਰ ਜਦੋਂ ਪਿਆਰ ਕਰਨ ਦਾ ਸਮਾਂ, ਲਾਡ ਕਰਨ ਦਾ ਸਮਾਂ, ਉਸ ਵੇਲੇ ਗੱਲ ਦੇ ਨਾਲ ਲਾ ਕੇ ਲਾਡ ਵੀ ਕਰੋ, ਉਹਦੇ ਮਨ ਵਿੱਚ ਨਫ਼ਰਤ ਵੀ ਨਾ ਪੈਦਾ ਹੋਵੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਦੁਨੀਆ ਦਾ ਦਸਤੂਰ ਹੈ, ਇਹ ਦੁਨੀਆ ਵਿੱਚ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ ਜਿਹੜਾ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਪਾਤਸ਼ਾਹ ਕਹਿਣ ਲੱਗੇ ਮਹਾਰਾਜ ਮੈਂ ਐਸਾ ਬੱਚਾ ਹਾਂ, ਗਲਤੀਆਂ ਕਰਦਾ, ਪਰ ਆਪ ਜੀ ਉਸ ਬਾਪ ਦੇ ਵਾਂਗ ਜਿਹੜਾ ਝਿੜਕ ਦੇ ਕੇ ਉਪਦੇਸ਼ ਦੇ ਕੇ ਸਮਝਾ ਦਿੰਦਾ ਹੈ, ਇਸੇ ਤਰ੍ਹਾਂ ਮਹਾਰਾਜ ਮੈਨੂੰ ਵੀ ਸਮਝਾ ਕੇ ਆਪਣੇ ਚਰਨਾਂ ਦੇ ਨਾਲ ਲਾਉਣਾ ਕਰੋ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣ ਬਖਸ਼ ਲੈ ਪ੍ਰਭ, ਪਰਮਾਤਮਾ ਜੋ ਹੈ ਉਹ ਪਿਛਲੇ ਔਗਣ ਜਿੰਨੇ ਕੀਤੇ ਗੁਨਾਹ ਨੂੰ ਝਾਟੀ ਬਖਸ਼ ਲੈਂਦਾ, ਮਾਫ ਕਰ ਦਿੰਦਾ, ਸਾਰੇ ਔਗਣਾਂ ਤੇ ਕਾਂਟਾ ਮਾਰ ਦਿੰਦਾ, ਲੈਣ ਮਾਰ ਕੇ ਖਤਮ ਹੀ ਕਰ ਦਿੰਦਾ। ਕਿਸੇ ਔਗਣ ਦਾ, ਕਿਸੇ ਪਾਪ ਦਾ ਉਹ ਹਿਸਾਬ ਕਿਤਾਬ ਨਹੀਂ ਲੈਂਦਾ। ਐਸੀ ਸਮਰੱਥਾ ਗੁਰੂ ਦੇ ਵਿੱਚ ਹੈ। ਸਤਿਗੁਰ ਕਾ ਗਵਣੈ ਜਨਮ ਮਟਾਇਆ,
ਬਚਨ ਇਹ ਹੈ ਕਿ ਗੁਰੂ ਘਰ ਦੇ ਵਿੱਚ ਜਦੋਂ ਜਨਮ ਹੁੰਦਾ, ਅੰਮ੍ਰਿਤ ਦੀ ਦਾਤ ਮਿਲਦੀ ਹੈ ਨਾ, ਜਿੰਨੇ ਪਹਿਲਾਂ ਗੁਨਾਹ ਕੀਤੇ ਹੁੰਦੇ ਸਾਰੇ ਦੇ ਸਾਰੇ ਮਿਟ ਜਾਂਦੇ, ਖਾਤੇ ਸਾਫ਼ ਹੋ ਜਾਂਦੇ। ਪਰ ਉਸ ਤੋਂ ਬਾਅਦ ਵਿੱਚ ਗੁਰੂ ਕਿਹਾ ਸਿੱਖਾ ਕੋਈ ਗੁਨਾਹ ਨਾ ਕਰੀ। ਪਾਤਸ਼ਾਹ ਕਹਿਣ ਲੱਗੇ ਸਤਿਗੁਰੂ ਪਿਛਲੇ ਅਵਗੁਣ ਬਖਸ਼ ਕੇ ਆਗੇ ਬਾਰਗ ਪਾਵੇ, ਇਹ ਬੇਨਤੀ ਕਰ ਕਿ ਅੱਗੇ ਮੈਨੂੰ ਸ਼ੁਭ ਰਸਤੇ ਪਾਉਣਾ ਕਰੋ। ਹਰ ਅੰਤਰ ਜਾਮੇ ਸਭ ਜਾਣੈ ਤਾਂ ਕਿਸ ਪੈ ਆਖ ਸੁਣਾਈਐ। ਪਰਮਾਤਮਾ ਸਭ ਕੁਝ ਜਾਣਦਾ ਹੈ, ਉਹਨੂੰ ਛੱਡ ਕੇ ਹੋਰ ਕਿਹਦੇ ਅੱਗੇ ਜਾ ਕੇ ਬੇਨਤੀ ਕਰਨਾ ਕਰੀਏ। ਕਹਿਣੇ ਕਥਨ ਨਾ ਭੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਐ। ਪਾਤਸ਼ਾਹ ਕਹਿਣ ਲੱਗੇ ਜਿਹੜੇ ਕਥਾ ਕਹਾਣੀਆਂ ਕਰਨੀਆਂ ਕਹਿਣੀਆਂ ਗੱਲਾਂ, ਉਹਨਾਂ ਗੱਲਾਂ ਨੂੰ ਸੁਣ ਕੇ ਪ੍ਰਮਾਤਮਾ ਨਹੀਂ ਭਿੱਜਦਾ। ਜੇ ਕੋਈ ਬੰਦਾ ਆਖੇ ਨਾ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਤੇ ਰੱਬ ਵੱਡੀਆਂ ਗੱਲਾਂ ਸੁਣ ਕੇ ਖੁਸ਼ ਹੋ ਜਾਏਗਾ, ਜਾਂ ਮੈਂ ਕਥਾ ਕਹਾਣੀਆਂ ਕਰ ਕਰਕੇ ਸੁਣਾ ਤੇ ਸੁਣਾਵਾਂ ਰੱਬ ਖੁਸ਼ ਹੋ ਜਾਵੇਗਾ। ਮਹਾਰਾਜ ਕਹਿਣ ਲੱਗੇ ਕਹਿਨੇ ਕਥਨ ਨਾ ਭੀਜਿਆ ਗੋਬਿੰਦ। ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ਕਿ ਕੱਲੀਆਂ ਗੱਲਾਂ ਹੀ ਕਰ ਛੱਡੀਆਂ ਪਰ ਕਮਾਈ ਨਹੀਂ ਕੀਤੀ ਹੈ। ਗੱਲਾਂ ਦੇ ਨਾਲ ਕਮਾਈ ਕਰਨੀ ਪੈਣੀ ਹੈ, ਪਰ ਜੇ ਕੱਲੀਆਂ ਗੱਲਾਂ ਕੀਤੀਆਂ ਪ੍ਰਮਾਤਮਾ ਭਿੱਜਦਾ ਨਹੀਂ। ਪਰ ਬੇਨਤੀ ਕਰ ਹਰ ਭਾਵੈ ਪੈਜ ਰਖਾਈਐ। ਸਤਿਗੁਰੂ ਜੀ ਜਿਵੇਂ ਤੁਹਾਨੂੰ ਪਾਉਂਦਾ ਹੈ ਮੇਰੀ ਇੱਜ਼ਤ ਰੱਖ ਲੈਣਾ ਕਰੋ। ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ। ਸਾਰੀਆਂ ਓਟਾਂ ਆਸਰੇ ਵੇਖ ਲੈ, ਮਾਂ ਬਾਪ ਦਾ ਆਸਰਾ ਵੇਖ ਲਿਆ, ਭੈਣ ਭਰਾ ਦਾ ਵੇਖ ਲਿਆ, ਰਾਜਿਆਂ ਮਹਾਰਾਜਿਆਂ ਸਾਕ ਸੰਬੰਧੀਆਂ ਦੇ ਆਸਰੇ ਵੇਖ ਲੈ, ਪਰ ਸਤਿਗੁਰੂ ਤੁਹਾਡੇ ਵਰਗਾ ਆਸਰਾ ਕਿਸੇ ਦਾ ਨਹੀਂ। ਘਰ ਦੇ ਮੈਂਬਰ ਕਿਸੇ ਵੇਲੇ ਮਿਹਣਾ ਮਾਰ ਦਿੰਦੇ, ਤੈਨੂੰ ਫਲਾਣੇ ਸਮੇਂ ਤੇ ਅਸੀਂ ਬੜੀ ਤੇਰੀ ਮਦਦ ਕੀਤੀ ਹੈ, ਪਰ ਸਤਿਗੁਰੂ ਤੁਸੀਂ ਐਸੇ ਹੋ ਜਿਹੜੇ ਕਦੇ ਮਿਹਣਾ ਨਹੀਂ ਦਿੰਦੇ ਹੋ, ਕਦੇ ਜਿਤਾਉਂਦੇ ਨਹੀਂ ਵੀ ਤੁਸੀਂ ਇਸ ਵੇਲੇ ਆ ਵੱਡਾ ਪਰਉਪਕਾਰ ਕੀਤਾ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨਤੀ। ਪਰਮਾਤਮਾ ਕਿਰਪਾਲੂ ਦਿਆਲੂ ਹੁੰਦੇ ਫਿਰ ਬੇਨਤੀ ਸੁਣ ਲੈਂਦੇ ਹਨ। ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ। ਸਤਿਗੁਰੂ ਪਾਤਸ਼ਾਹ ਜੀ ਜਦੋਂ ਆਪਣੇ ਮੇਲ ਦੇ ਵਿੱਚ ਮਿਲਾਉਂਦੇ, ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਫਿਰ ਗੁਰੂ ਦੇ ਮੇਲ ਦੇ ਵਿੱਚ ਸਿੱਖ ਨੂੰ ਮਿਲਾ ਦਿੰਦਾ ਹੈ, ਤੇ ਫਿਰ ਸਾਰੀਆਂ ਮਨ ਦੀਆਂ ਚਿੰਤੀ ਕਹੀਏ ਚਿੰਤਾਵਾਂ ਨਾਸ ਹੋ ਜਾਂਦੀਆਂ ਜਦੋਂ ਇਹ ਸਿੱਖ ਗੁਰੂ ਨਾਲ ਮਿਲ ਜਾਂਦਾ ਹੈ। ਹਰ ਹਰ ਨਾਮ ਔਕਦ ਮੁਖ ਪਾਇਆ ਜਾਂ ਨਾਨਕ ਸੁਖ ਵਸੰਤੀ। ਹਰ ਹਰ ਨਾਮ ਦੀ ਦਵਾਈ ਜਿਹੜੀ ਸਤਿਗੁਰੂ ਜਦੋਂ ਮੁਖ ਵਿੱਚ ਪਾਉਂਦੇ ਤੇ ਫਿਰ ਸੁਖ ਵਸੰਤੀ, ਸੁੱਖਾਂ ਦੇ ਸਹਿਤ ਵਸਣਾ ਹੁੰਦਾ ਉਸ ਪਿਆਰੇ ਦਾ ਜਿਹਦੇ ਮੂੰਹ ਦੇ ਵਿੱਚ ਮਹਾਰਾਜ ਨੇ ਨਾਮ ਦੀ ਦਵਾਈ ਵਾਹਿਗੁਰੂ ਮੰਤਰ ਜਿਹਨੂੰ ਬਖਸ਼ਿਆ ਉਹ ਸੁੱਖਾਂ ਦੇ ਵਿੱਚ ਜਿਉਂਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਪੂਰਾ ਸਤਿਗੁਰ ਮੇਲ ਮਿਲਾਵਾ ਸਭ ਚੁੱਕੈ ਮਨ ਕੀ ਚਿੰਤੀ। ਹਰ ਹਰ ਨਾਮ ਔਕਦ ਮੁਖ ਪਾਇਆ ਜਾਂ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ